इन पुत्रन के शीस पर वार दिए सूत चार, चार मुए तो क्या हुआ जीवत कई हज़ार। सत श्री अकाल जी, जी मीडिया ते तमाम दर्शकों का स्वागत है। तो श्री अनंदपुर साहब विखे ਵੱਖ-ਵੱਖ किले ਜਿਹੜੇ कि चौंकियां ਦੇ ਰੂਪ ਦੇ ਵਿੱਚ ਸਥਾਪਿਤ ਕੀਤੇ ਗਏ, ਉਹਨਾਂ ਚਾਰੇ ਕਿਲਿਆਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ। ਕਿਉਂਕਿ ਜਦੋਂ 6 ਪੋਹ ਨੂੰ ਦਸਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੇ ਕਿਲਾ ਛੱਡਿਆ ਆਨੰਦਗੜ੍ਹ ਦਾ, ਤਾਂ ਉਸ ਤੋਂ ਪਹਿਲਾਂ ਜਿਹੜੇ 4 ਕਿਲੇ, ਪੰਜਵਾਂ ਕਿਲਾ ਆਨੰਦਗੜ੍ਹ ਦਾ, ਉਹਨਾਂ ਦੇ ਵਿੱਚ ਕੀ ਕੁਝ ਉਸ ਮੌਕੇ ਤੇ ਹੋਇਆ ਉਹ ਦਿਖਾਉਣ ਦੀ, ਉਹ ਇਤਿਹਾਸ ਤੁਹਾਨੂੰ ਸਮਝਾਉਣ ਦੇ ਯਤਨ ਜ਼ਰੂਰ ਕੀਤੇ ਜਾਣਗੇ। ਸੋ ਇਸ ਖਾਸ ਪੇਸ਼ਕਸ਼, ਖਾਸ ਪ੍ਰੋਗਰਾਮ ਸ਼ਹਾਦਤੀ ਪੈਂਡਾ ਸਾਡਾ ਸਿਰਫ ਇੱਕੋ ਮਕਸਦ ਕਿ ਤੁਹਾਨੂੰ ਇਤਿਹਾਸ ਬਾਬਤ ਜਾਣੂ ਕਰਵਾਉਣਾ, ਕਿਸੇ ਦੀਆਂ ਵੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਸੋ तमाम ਕਿਲਿਆਂ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ। ਇਤਿਹਾਸਕ ਤੇ ਸ਼ਹਾਦਤੀ ਪੈਂਡੇ ਦੇ ਦਰਮਿਆਨ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਤੋਂ ਲੈ ਕੇ ਸ਼੍ਰੀ ਫਤਿਹਗੜ੍ਹ ਸਾਹਿਬ ਤੱਕ ਦਾ तमाम ਉਹ ਸ਼ਹਾਦਤੀ ਪੈਂਡਾ, ਜਿਸ ਦੇ ਜ਼ਰੀਏ ਤੁਹਾਨੂੰ ਇਹ ਦਰਸਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਕਿ ਅਸਲੀਅਤ ਦੇ ਵਿੱਚ ਉਸ ਮੌਕੇ 'ਤੇ ਕੀ ਵਾਪਰਿਆ ਸੀ। ਸੋ ਇਤਿਹਾਸ ਦੇ ਜ਼ਰੀਏ ਤੁਹਾਨੂੰ ਸਮਝਾਉਣ ਦੇ ਯਤਨ ਕਰਾਂਗੇ। ਸੋ ਸ਼ੁਰੂਆਤ ਕਰਦੇ ਹਾਂ ਪਹਿਲੇ ਕਿਲੇ ਤੋਂ। सत श्री अकाल जी, जी मीडिया ते तुहाडा सब दा स्वागत है। ते मैं तुहाडा अपना गुरप्रीत सिंह। ते खास तौर ते श्री अनंदपुर साहब दे उन्हां 4 किलियां ते पंजवां किला श्री आनंदगढ़ साहब दी गलबात कर रहे हां ते उस वक्त दे इतिहास बारे तुहानूं जाणू करवा रहे हां। ते अज असीं खड़े हां किला तारागढ़ विखे, जिथे तमाम कह लीए कि जिहड़े ਜ਼ਖਮੀ ਸਿੰਘ सन तां उन्हां दा जिहड़ा इत्थे इलाज कीता जांदा सी, या फिर ये भी कह लीए कि ये देश दुनिया दा पहला रैड क्रॉस ਇੱਥੇ ਸਥਾਪਿਤ ਕੀਤਾ ਗਿਆ ਕਿਲਾ ਤਾਰਾਗੜ੍ਹ ਵਿਖੇ, ਜਿੱਥੇ ਤਪ ਸਥਾਨ ਤਾਂ ਹੈ ਹੀ ਹੈ। ਵੱਖੋ-ਵੱਖ ਕਹਿ ਸਕਦੇ ਹਾਂ ਕਿ ਉਸ ਵਕਤ ਦੇ ਸਿੰਘਾਂ ਨੇ ਤਪ ਕੀਤਾ, ਤਾਂ ਉੱਥੇ ਹੀ ਜਿਹੜੇ ਜ਼ਖਮੀ ਸਿੰਘ ਸੀ ਉਹਨਾਂ ਦਾ ਇਲਾਜ ਵੀ ਕਰਵਾਇਆ ਜਾਂਦਾ ਸੀ। ਤੇ ਹੁਣ ਨਜ਼ਰ ਮਾਰਦੇ ਹਾਂ ਕਿਲਾ ਤਾਰਾਗੜ੍ਹ ਦੇ ਇਤਿਹਾਸ ਬਾਬਤ, ਕਿਉਂਕਿ ਉਸ ਵਕਤ ਕਿਹੋ ਜਿਹਾ ਮਾਹੌਲ ਸੀ। ਕਿਉਂਕਿ 6 ਪੋਹ ਨੂੰ ਜਦੋਂ ਗੁਰੂ ਪਾਤਸ਼ਾਹ ਨੇ ਕਿਲਾ ਛੱਡਿਆ, ਤਾਂ ਉਸ ਤੋਂ ਪਹਿਲਾਂ ਇਹਨਾਂ ਕਿਲਿਆਂ ਦੇ ਵਿੱਚ ਕੀ ਹਲਚਲ ਸੀ। ਜਿਹੜੇ 4 ਕਿਲੇ ਸੀ ਸਮੇਤ ਪੰਜਵੇਂ ਕਿਲੇ ਕਿਲਾ ਆਨੰਦਗੜ੍ਹ ਸਾਹਿਬ। ਸੋ ਸ਼੍ਰੀ ਅਨੰਦਪੁਰ ਸਾਹਿਬ ਖੜੇ ਹਾਂ ਤੇ तमाम ਵੱਖ-ਵੱਖ ਕਿਲਿਆਂ ਬਾਬਤ ਤੁਹਾਨੂੰ ਰੂਬਰੂ ਕਰਵਾ ਰਹੇ ਹਾਂ, ਇਤਿਹਾਸ ਬਾਰੇ ਜਾਣੂ ਕਰਵਾ ਰਹੇ ਹਾਂ। ਤੇ ਕਿਲਾ ਤਾਰਾਗੜ੍ਹ ਖੜੇ ਹਾਂ ਤੇ ਸਾਡੇ ਨਾਲ ਇਤਿਹਾਸਕਾਰ, ਸਾਹਿਤਕਾਰ ਭਾਈ ਹਰਸਿਮਰਨ ਸਿੰਘ ਜੀ ਮੌਜੂਦ ਨੇ। ਹਰਸਿਮਰਨ ਸਿੰਘ ਜੀ, ਸਵਾਗਤ ਹੈ ਤੁਹਾਡਾ ਜੀ ਮੀਡੀਆ ਤੇ। ਤੇ ਅੱਜ ਦੀ ਜਿਹੜੀ ਆਪਾਂ ਦਿਖਾਉਣੀ ਹੈ ਦਰਸ਼ਕਾਂ ਨੂੰ ਆਪਣੀ ਦਿੱਖ, ਜਿਹੜੀ ਸ਼੍ਰੀ ਅਨੰਦਪੁਰ ਸਾਹਿਬ ਦੀ ਹੈ ਵੱਖ-ਵੱਖ ਕਿਲਿਆਂ ਤਹਿਤ, ਉਸ ਦੇ ਵਿੱਚ ਤਾਰਾਗੜ੍ਹ ਕਿਲਾ ਆਪਾਂ ਦਿਖਾ ਰਹੇ ਹਾਂ। ਤੇ ਸਾਨੂੰ ਇਹਦੇ ਬਾਰੇ ਥੋੜ੍ਹਾ ਜਿਹਾ ਬਰੀਕੀ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਜ਼ਰੂਰ ਕਰਿਓ। ਉਸ ਵਕਤ ਕੀ ਹੋਇਆ ਸੀ ਜਦੋਂ ਪਾਤਸ਼ਾਹ ਨੇ ਪਹਿਲੇ ਪੋਹ ਤੋਂ ਲੈ ਕੇ ਅੱਗੇ ਤੱਕ 6 ਪੋਹ ਤੋਂ ਪਹਿਲਾਂ ਤੱਕ ਦਾ ਜਿਹੜਾ ਇਹ ਦਰਮਿਆਨ ਦਾ ਜਿਹੜਾ ਸਮਾਂ ਸੀ ਉਹ ਕਿੱਦਾਂ ਬਤੀਤ ਕੀਤਾ, ਜਾਂ ਫਿਰ ਇਹ ਤਾਰਾਗੜ੍ਹ ਜਿਹੜਾ ਕਿਲਾ ਹੈ ਇਹਦੇ ਵਿੱਚ ਕੀ ਕੁਝ ਹੋਇਆ ਕਰਦਾ ਸੀ ਉਸ ਵਕਤ। ਬਹੁਤ ਤੁਹਾਡਾ ਧੰਨਵਾਦ, ਤੁਸੀਂ ਨਿਊਜ਼ ਤੋਂ ਇਹ ਪ੍ਰੋਗਰਾਮ ਸ਼ੁਰੂ ਕਰਕੇ ਹੋ। ਸਾਨੂੰ ਅਨੰਦਪੁਰ ਸਾਹਿਬ ਦੇ ਇਸ ਸਮੇਂ ਨੂੰ ਸਮਝਣ ਵਾਸਤੇ ਨਾ, ਜਿਹਦੀ ਤੁਸੀਂ ਗੱਲ ਕਰ ਰਹੇ ਹੋ 6 ਪੋਹ ਤੋਂ ਪਹਿਲਾਂ ਦਾ, ਇਹ ਜਿਹੜੇ ਸਾਰੇ ਪਿਛਲਾ ਇਤਿਹਾਸ ਹੈ ਨਾ ਜੀ, ਅਨੰਦਪੁਰ ਸਾਹਿਬ ਦੀ ਜਿਹੜੀ ਬਣਤਰ ਬਣੀ ਹੈ, ਇਸ ਨੂੰ ਸਮਝਣਾ ਪਏਗਾ ਜੀ। ਕਿਉਂਕਿ ਇਹ ਜਿਹੜੀ ਜਗ੍ਹਾ ਹੈ 4 ਪਿੰਡ ਨੇ ਜੀ, ਜਿਹਦੇ ਗੁਰੂ ਤੇਗ ਬਹਾਦਰ ਸਾਹਿਬ ਨੇ 2200 ਘੁਮਾ ਜ਼ਮੀਨ ਲੈ ਕੇ ਕੋਟ ਕੱਲੂਰ ਦੇ ਰਾਜੇ ਤੋਂ, ਯਾਨੀ ਲਖੇੜ ਮੀਆਂਪੁਰ, ਬਰੋਟੂ, ਮਾਖੋਵਾਲ ਤੇ ਲੋਧੀਪੁਰ, ਇਹਨਾਂ 4 ਪਿੰਡਾਂ ਦੀ ਜ਼ਮੀਨ ਲੈ ਕੇ 2200 ਘੁਮਾ ਤੇ ਅਨੰਦਪੁਰ ਸਾਹਿਬ ਵਸਾਇਆ ਸੀ। ਉਸ ਸਮੇਂ ਤਾਂ ਗੁਰੂ ਤੇਗ ਬਹਾਦਰ ਸਾਹਿਬ ਜਦੋਂ 1675 ਸ਼ਹੀਦ ਹੋ ਗਏ, ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਰੇ ਅਨੰਦਪੁਰ ਸਾਹਿਬ ਦੀ ਸਾਰੀ ਜਿਹੜੀ ਬਣਤਰ ਬਣਾਈ। ਇੱਕ ਤਰ੍ਹਾਂ ਦਾ ਸਿਟੀ ਸਟੇਟ ਹੈ ਜੀ, ਜਿਹੜਾ ਕਿ ਜਿਹਦੇ 'ਚ ਕਿ ਹਿੰਦੂ ਜਿਹੜੀ ਸਟੇਟ ਹੈ ਉਹਦਾ ਕੋਈ ਦਖਲ ਨਹੀਂ ਸੀਗਾ। ਲੇਕਿਨ ਚੂँਕਿ ਉਸ ਸਮੇਂ ਜੰਗਾਂ ਦਾ ਜੋ ਮਾਹੌਲ ਸੀ ਔਰ ਕਿਸ ਤਰੀਕੇ ਨਾਲ ਸਾਰੇ ਅਨੰਦਪੁਰ ਸਾਹਿਬ ਦੀ ਫੋਰਟੀਫਿਕੇਸ਼ਨ ਕਰਨੀ ਸੀ, ਸੋ ਅਨੰਦਪੁਰ ਸਾਹਿਬ ਨੂੰ ਆਉਣ ਵਾਲੇ 5 ਰਸਤੇ ਨੇ ਬੇਸਿਕਲੀ ਜੀ। ਇੱਕ ਤਾਂ ਰੋਪੜੋਂ ਅਨੰਦਪੁਰ ਸਾਹਿਬ ਹੈ, ਜਿੱਥੇ ਕਿਲਾ ਆਨੰਦਗੜ੍ਹ ਸਾਹਿਬ ਬਣਿਆ ਹੋਇਆ। ਜਿੱਥੇ ਅਸੀਂ ਖੜੇ ਹਾਂ ਤਾਰਾਪੁਰ, ਇਹ ਤਾਰਾਗੜ੍ਹ ਕਿਲਾ ਹੈ ਜੀ। ਇਹ ਜਿਹੜਾ ਕਿ ਤਾਰਾਪੁਰ ਪਿੰਡ ਦੇ ਨਾਂ ਤੇ ਬਣਿਆ ਹੋਇਆ ਪਿੰਡ, ਇੱਥੇ ਤਾਰਾਪੁਰ। ਸੋ ਇਹ ਜਿਹੜਾ ਰਸਤਾ ਹੈ ਨਾ ਜੀ, ਇਹ ਬੇਸਿਕਲੀ ਪਹਾੜ ਵਾਲੇ ਰਸਤੇ ਤੋਂ ਅਨੰਦਪੁਰ ਸਾਹਿਬ ਨੂੰ ਆਉਂਦੇ ਲੋਕ।
ਕਿਉਂਕਿ ਗੁਰੂ ਸਾਹਿਬ ਦੀ ਇਹ ਜਿਹੜੀ ਯੁੱਧ ਕਲਾ ਦਾ ਫੋਰਟੀਫਿਕੇਸ਼ਨ ਦਾ ਜਿਹੜੀ ਯੁੱਧ ਨੀਤੀ ਹੈ ਕਿ ਜਿੱਥੋਂ ਵੀ ਐਂਟਰ ਪੁਆਇੰਟ ਹੈ, ਜਿੱਥੇ ਜਿਹੜਾ ਲਾਲ ਲੋਕ ਆ ਰਹੇ ਨੇ, ਉਹਨਾਂ ਐਂਟਰੀ ਪੁਆਇੰਟਸ ਤੇ ਗੁਰੂ ਸਾਹਿਬ ਨੇ ਆਪਣੀ ਚੌਕੀਆਂ ਜਾਂ ਕਿਲੇ ਕਹਿ ਲਓ, ਅੱਜ ਦੇ ਸਮੇਂ 'ਚ ਕਿਲੇ ਤਾਂ ਵੱਡੇ ਘਰ ਹੁੰਦੇ ਨੇ, ਮਤਲਬ ਸ਼ਾਰਟ ਕੁਆਂਟੀਆਂ ਚੌਕੀਆਂ ਬਣਾਈਆਂ ਤਾਂ ਕਿ ਲੋਕਾਂ ਦੇ ਆਉਣ ਜਾਣ ਤੇ ਨਿਗਾਹ ਰੱਖੀ ਜਾ ਸਕੇ। ਉੱਥੇ ਸਿੰਘ ਰਹਿੰਦੇ ਸੀਗੇ ਔਰ ਉੱਥੇ ਸਾਰੀ ਜਿਹੜਾ ਇਹਨਾਂ ਦਾ ਜੰਗੀ ਕਲਾਵਾਂ ਦਾ ਅਭਿਆਸ ਹੁੰਦਾ ਸੀ। ਸੋ ਇਹ ਜਿੱਥੇ ਅਸੀਂ ਖੜੇ ਆ, ਇਹ ਲਖੇੜ ਪਿੰਡ ਹੈ, ਇਸ ਪਾਸੇ ਪਹਾੜ ਦੇ ਪਿੰਡ ਨੇ। ਇੱਕ ਉਰੇ ਤਾਰਾਗੜ੍ਹ ਦਾ ਇਤਿਹਾਸ ਵੀ ਦੱਸਿਆ ਹੋਇਆ, ਤੁਸੀਂ ਆਪਾਂ ਪੜ੍ਹ ਕੇ ਇੱਕ ਵਾਰੀ ਆਪਣੇ ਦਰਸ਼ਕਾਂ ਨੂੰ ਵੀ ਦੱਸ ਦਈਏ, ਆਪਾਂ ਦਿਖਾ ਦਈਏ ਇੱਕ ਵਾਰੀ ਜਿਹੜਾ ਇਤਿਹਾਸ ਹੈ ਕਿ ਇਹ ਪਾਵਨ ਜਿਹੜਾ ਸਥਾਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 5 ਕਿਲਿਆਂ ਦੇ ਵਿੱਚੋਂ ਇੱਕ, ਤੇ ਇਸ ਸਥਾਨ ਦਾ ਨਿਰਮਾਣ ਬਿਲਾਸਪੁਰ ਦੇ ਪਹਾੜੀ ਰਾਜਿਆਂ ਦੇ ਹਮਲਿਆਂ ਨੂੰ ਮੁੱਖ ਰੱਖ ਕੇ ਕੀਤਾ। ਇਸ ਸਥਾਨ ਤੇ ਭਾਈ ਕਨ੍ਹਈਆ ਜੀ ਦੇ ਨਾਲ 500 ਦੇ ਕਰੀਬ ਬ੍ਰਹਮ ਗਿਆਨੀ ਸਿੰਘਾਂ ਨੇ ਤਪ ਕੀਤਾ ਤੇ ਪਹਿਲਾ ਹਮਲਾ ਇਸ ਸਥਾਨ ਤੇ ਸਨ 1700 ਈਸਵੀ ਦੇ ਵਿੱਚ ਹੋਇਆ। ਸਤਿਗੁਰੂ ਜੀ ਆਪ ਉਹਨਾਂ 500 ਬ੍ਰਹਮ ਗਿਆਨੀ ਸਿੰਘਾਂ ਨੂੰ ਲੰਗਰ ਪਾਣੀ ਛਕਾਉਣ ਦੇ ਲਈ ਇੱਥੇ ਆਉਂਦੇ ਰਹੇ ਸਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ 5 ਕਿਲੇ ਸਾਜੇ। ਪਹਿਲਾ ਕਿਲਾ ਆਨੰਦਗੜ੍ਹ ਸਾਹਿਬ, ਦੂਸਰਾ ਕਿਲਾ ਲੋਹਗੜ੍ਹ ਸਾਹਿਬ, ਤੀਸਰਾ ਕਿਲਾ ਫਤਿਹਗੜ੍ਹ ਸਾਹਿਬ, ਚੌਥਾ ਕਿਲਾ ਹੋਲਗੜ੍ਹ ਸਾਹਿਬ, ਪੰਜਵਾਂ ਕਿਲਾ ਜਿਸ ਕਿਲੇ ਦੇ ਤੁਸੀਂ ਦਰਸ਼ਨ ਕਰ ਰਹੇ ਹੋ, ਇਹ ਪੰਜਵਾਂ ਕਿਲਾ ਹੈ ਕਿਲਾ ਤਾਰਾਗੜ੍ਹ ਸਾਹਿਬ। ਇਸ ਸਥਾਨ ਤੇ ਤਕਰੀਬਨ 500 ਬ੍ਰਹਮ ਗਿਆਨੀ ਸਿੰਘ ਭਜਨ ਬੰਦਗੀ ਕਰਦੇ ਸੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਉਹਨਾਂ ਸਿੰਘਾਂ ਲਈ ਇੱਥੇ ਪ੍ਰਸ਼ਾਦਾ ਪਾਣੀ ਲੈ ਕੇ ਆਉਂਦੇ ਸੀ, ਆਪ ਸਿੰਘਾਂ ਦੀ ਸੇਵਾ ਕਰਦੇ ਸੀ, ਪ੍ਰਸ਼ਾਦਾ ਪਾਣੀ ਛਕਾਉਣ ਲਈ ਆਪ ਮਹਾਰਾਜ ਆਉਂਦੇ ਸੀ। ਭਾਈ ਕਨ੍ਹਈਆ ਜੀ ਜਲ ਦੀ ਸੇਵਾ ਕਰਦੇ ਸੀਗੇ। ਇੱਧਰ ਪਹਾੜੀਆਂ ਦੇ ਬੈਕ ਸਾਈਡ ਤੇ ਬਿਲਾਸਪੁਰ ਪੈਂਦਾ ਹੈ। ਬਿਲਾਸਪੁਰ ਦੇ ਜਿਹੜੇ ਪਹਾੜੀ ਰਾਜੇ ਸੀਗੇ ਉਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਤੋਂ ਖਾਰ ਖਾਂਦੇ ਸੀ। ਉਹਨਾਂ ਨੂੰ ਡਰ ਸੀ ਕਿ ਅਨੰਦਪੁਰ ਸਾਹਿਬ ਦੀ ਧਰਤੀ ਤੇ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਕਲਗੀ ਤੋੜਾ ਲਾਉਂਦੇ ਆ, ਰਾਜ ਸਭਾ ਸਜਾਉਂਦੇ ਆ, ਤਖਤ ਸਜਾਉਂਦੇ ਆ। ਉਹਨਾਂ ਨੂੰ ਇਹ ਸੀ ਕਿਤੇ ਸਾਡੇ ਰਾਜਾਂ ਨੂੰ ਖਤਰਾ ਨਾ ਹੋ ਜਾਵੇ, ਇਸ ਕਰਕੇ ਉਹ ਮਹਾਰਾਜ ਤੇ ਖਾਰ ਖਾਂਦੇ ਸੀ ਤੇ ਉਹ ਪਹਾੜੀ ਰਾਜੇ ਇਕੱਠੇ ਹੋ ਕੇ ਮਹਾਰਾਜ ਤੇ ਹਮਲੇ ਕਰਦੇ ਸੀ। ਜਦੋਂ ਉਹਨਾਂ ਦੀਆਂ ਫੌਜਾਂ ਚੜ੍ਹਾਈ ਕਰਕੇ ਆਉਂਦੀਆਂ ਸੀ, ਇਹ ਕਿਲਾ ਉੱਚਾ ਪਹਾੜੀ ਤੇ ਸੀ, ਇਸ ਕਿਲੇ ਤੋਂ ਪਹਿਲਾਂ ਹੀ ਪਤਾ ਲੱਗ ਜਾਂਦਾ ਸੀ ਕਿ ਫੌਜਾਂ ਚੜ੍ਹਾਈ ਕਰਕੇ ਆ ਰਹੀਆਂ ਹਨ। ਇੱਥੋਂ ਦੂਰ ਦੂਰ ਤੱਕ ਨਜ਼ਰ ਆਉਂਦਾ ਸੀ। ਜਦੋਂ ਫੌਜਾਂ ਆਉਂਦੀਆਂ ਸੀਗੀਆਂ ਤਾਂ ਉਹਨਾਂ ਨੂੰ ਇੱਥੇ ਹੀ ਰੋਕਿਆ ਜਾਂਦਾ ਸੀ। 1700 ਈਸਵੀ ਵਿੱਚ ਇਸ ਸਥਾਨ ਤੇ ਪਹਿਲਾ ਜੰਗ ਯੁੱਧ ਹੋਇਆ। ਸਿੰਘਾਂ ਦੀ ਜਿੱਤ ਹੋਈ, ਦੁਸ਼ਮਣਾਂ ਦੀ ਹਾਰ ਹੋਈ। ਉਸ ਜੰਗ ਸਮੇਂ ਵੀ ਭਾਈ ਕਨ੍ਹਈਆ ਜੀ ਜਲ ਦੀ ਸੇਵਾ ਕਰਦੇ ਸੀ। ਵਿੱਚੋਂ ਸਿੰਘਾਂ ਨੇ ਸ਼ਿਕਾਇਤ ਕੀਤੀ ਕਿ ਮਹਾਰਾਜ ਜੀ ਭਾਈ ਕਨ੍ਹਈਆ ਜੀ ਦੁਸ਼ਮਣਾਂ ਨੂੰ ਜਲ ਛਕਾਉਂਦੇ ਹਨ। ਤਾਂ ਜਦੋਂ ਅਨੰਦਪੁਰ ਸਾਹਿਬ ਬੁਲਾ ਕੇ ਭਾਈ ਕਨ੍ਹਈਆ ਮਹਾਰਾਜ ਨੇ ਪੁੱਛਿਆ ਕਿ ਭਾਈ ਤੂੰ ਦੁਸ਼ਮਣਾਂ ਨੂੰ ਜਲ ਛਕਾਉਂਦਾ ਹੈ, ਸਿੰਘਾਂ ਨੇ ਸ਼ਿਕਾਇਤ ਕੀਤੀ ਆ ਕਿ ਅਸੀਂ ਦੁਸ਼ਮਣਾਂ ਨੂੰ ਮਾਰਦੇ ਹਾਂ ਤੇ ਭਾਈ ਕਨ੍ਹਈਆ ਜੀ ਜਲ ਛਕਾ ਕੇ ਸਾਡੇ ਨਾਲ ਦੁਬਾਰਾ ਲੜਨ ਦੇ ਸਮਰੱਥਾ ਬਣਾ ਦਿੰਦੇ ਹਨ। ਤਾਂ ਭਾਈ ਕਨ੍ਹਈਆ ਜੀ ਨੇ ਕਿਹਾ, ਮਹਾਰਾਜ ਜੀ ਮੈਂ ਜਿਸ ਦੇ ਵੀ ਮੁੱਖ ਵਿੱਚ ਜਲ ਪਾਉਂਦਾ ਹਾਂ ਮੈਨੂੰ ਤੁਹਾਡਾ ਚਿਹਰਾ ਨਜ਼ਰ ਆਉਂਦਾ ਹੈ। ਮੇਰੇ ਲਈ ਕੋਈ ਦੁਸ਼ਮਣ ਨਹੀਂ, ਕੋਈ ਆਪਣਾ ਨਹੀਂ। ਮੈਂ ਜਿਸ ਦੇ ਵੀ ਮੁੱਖ ਵਿੱਚ ਜਲ ਪਾਉਣਾ ਉਹਦੇ ਵਿੱਚ ਤੁਹਾਡਾ ਚਿਹਰਾ ਨਜ਼ਰ ਆਉਂਦਾ। ਮਹਾਰਾਜ ਬੜੇ ਖੁਸ਼ ਹੋਏ, ਕਿਹਾ ਭਾਈ ਜਿੱਥੇ ਤੂੰ ਜਲ ਦੀ ਸੇਵਾ ਕਰਦਾ ਉੱਥੇ ਮੱਲਮ ਪੱਟੀਆਂ ਵੀ ਕਰਿਆ ਕਰ। ਇਸ ਸਥਾਨ ਤੇ ਹੀ ਭਾਈ ਕਨ੍ਹਈਆ ਜੀ ਨੇ ਮੱਲਮ ਪੱਟੀਆਂ ਕੀਤੀਆਂ ਹਨ। ਦੁਨੀਆ ਦੀ ਪਹਿਲੀ ਰੈੱਡ ਕਰਾਸ ਇਸ ਸਥਾਨ ਤੋਂ ਸ਼ੁਰੂ ਹੋਈ ਹੈ। ਨੀਚੇ ਭਾਈ ਕਨ੍ਹਈਆ ਦਾ ਸਥਾਨ ਬਣਿਆ ਹੋਇਆ ਹੈ। ਜਿਸ ਸਥਾਨ ਤੋਂ ਭਾਈ ਕਨ੍ਹਈਆ ਜੀ ਜਲ ਭਰ ਕੇ ਲੈ ਕੇ ਆਉਂਦੇ ਸੀ, ਉਹ ਬੌਲੀ ਸਾਹਿਬ ਅੱਜ ਵੀ ਚੱਲਦੀਆਂ। ਸੰਗਤਾਂ ਜਲ ਛਕਦੀਆਂ, ਆਪਣੇ ਘਰਾਂ 'ਚ ਵੀ ਲੈ ਕੇ ਜਾਂਦੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕਿਲਾ ਤਾਰਾਗੜ੍ਹ ਖੜੇ ਆ, ਜਿੱਥੇ ਇਤਿਹਾਸ ਬਾਰੇ ਤੁਹਾਨੂੰ ਜਾਣੂ ਕਰਵਾ ਰਹੇ ਹਾਂ। ਇਹ ਜਿਹੜਾ ਕਿਲਾ ਹੈ ਇਹ ਬਹੁਤ ਉਚਾਈ ਤੇ ਹੈ, ਕਿਉਂਕਿ ਉਸ ਵਕਤ ਉਚਾਈ ਤੇ ਇਸ ਗੱਲ ਕਰਕੇ ਕਿਲੇ ਬਣਾਏ ਜਾਂਦੇ ਸਨ ਤਾਂ ਕਿ ਦੁਸ਼ਮਣ ਤੇ ਨਜ਼ਰ ਰੱਖੀ ਜਾ ਸਕੇ। ਤੁਹਾਨੂੰ ਤਮਾਮ ਉਹ ਕਿਲੇ ਬਾਬਤ ਦੇ ਇਤਿਹਾਸ ਬਾਬਤ ਜਾਣੂ ਕਰਵਾਇਆ ਜਾ ਰਿਹਾ ਹੈ, ਕਿਉਂਕਿ ਅਸਲੀਅਤ ਦੇ ਵਿੱਚ ਉਸ ਵਕਤ ਹੋਇਆ ਕੀ ਸੀ। ਕਿਉਂਕਿ 6 ਪੋਹ ਨੂੰ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਲੇਕਿਨ ਉਸ ਤੋਂ ਪਹਿਲਾਂ ਵੱਖ-ਵੱਖ ਜਿਹੜੇ ਕਿਲੇ ਸੀ ਉਹਨਾਂ ਦੇ ਵਿੱਚ ਕੀ ਕੁਝ ਉਸ ਵਕਤ ਗਤੀਵਿਧੀਆਂ ਸੀ, ਕੀ ਕੁਝ ਹਿਲਚੁਲ ਸੀ। ਸਾਡੇ ਨਾਲ ਭਾਈ ਸਾਹਿਬ ਮੌਜੂਦ ਨੇ, ਉਹ ਸਾਨੂੰ ਲਗਾਤਾਰ ਇਸ ਪੂਰੇ ਇਤਿਹਾਸ ਬਾਰੇ ਤਫਸੀਲ ਦੇ ਨਾਲ ਜਾਣੂ ਕਰਵਾ ਰਹੇ ਨੇ।
ਭਾਈ ਸਾਹਿਬ ਆਪਾਂ ਇਹ ਗੱਲਬਾਤ ਕਰ ਰਹੇ ਸੀ ਕਿ ਭਾਈ ਕਨ੍ਹਈਆ ਜੀ ਦੀ ਗੱਲਬਾਤ ਕੀਤੀ ਜਾਏ ਜਾਂ ਫਿਰ ਬੌਲੀ ਸਾਹਿਬ ਦਾ ਵੀ ਤੁਸੀਂ ਜ਼ਿਕਰ ਕੀਤਾ ਪਹਿਲਾਂ, ਤੇ ਹੋਰ ਕੀ ਕੁਝ ਅਹਿਮ ਸੀ ਉਸ ਵਕਤ ਇਸ ਕਿਲੇ ਦੇ ਵਿੱਚ, ਕਿਉਂਕਿ ਆਲੇ ਦੁਆਲੇ ਸਾਰੇ ਪਾਸੇ ਪਹਾੜ ਨੇ ਬਖੂਬੀ ਤਰੀਕੇ ਦੇ ਨਾਲ ਆਪਾਂ ਦੇਖ ਸਕਦੇ ਹਾਂ, ਕਿਉਂਕਿ ਪਹਾੜ ਇਹ ਕਿਲਾ ਉਚਾਈ ਤੇ ਬਹੁਤ ਸਥਾਪਿਤ ਕੀਤਾ ਗਿਆ। ਇਸ ਬਾਬਤ ਸਾਨੂੰ ਥੋੜਾ ਜਿਹਾ ਹੋਰ ਜਾਣੂ ਕਰਵਾਉਣ ਦੀ ਜ਼ਰੂਰ ਕੋਸ਼ਿਸ਼ ਕਰਿਓ। ਦੇਖੋ ਜਿਹੜੀ ਇਸ ਦੀ ਟੋਪੋਗ੍ਰਾਫੀ ਹੈ ਨਾ ਜੀ, ਇਹ ਬੜੀ ਕਮਾਲ ਦੀ ਹੈ। ਔਰ ਦੂਸਰਾ ਦੇਖੋ, ਜਿਸ ਵੇਲੇ ਇਹ ਵੇਖਿਆ ਗਿਆ ਕਿ ਹੁਣ 8 ਮਹੀਨੇ ਤੋਂ ਪਹਿਲਾਂ ਘੇਰਾ ਪਿਆ ਗਿਆ ਸੀਗਾ ਅਨੰਦਪੁਰ ਸਾਹਿਬ ਨੂੰ, ਆਨੰਦਗੜ੍ਹ ਸਾਹਿਬ ਨੂੰ, ਤਾਂ ਜਿਹੜੇ ਇੱਥੇ ਸਿੰਘ ਰਹਿੰਦੇ ਸੀਗੇ ਉਹਨਾਂ ਨੂੰ ਸਨੇਹ ਭੇਜ ਕੇ ਬੁਲਾਇਆ ਗਿਆ ਫਿਰ, ਕਿਉਂਕਿ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਫੈਸਲਾ ਕਰ ਲਿਆ ਕਿਲਾ ਛੱਡਣ ਦਾ, ਤਾਂ ਨੇਚਰਲੀ ਜਿਹੜੇ ਇੱਥੇ ਸਿੰਘ ਰਹਿੰਦੇ ਸੀ ਉਹਨਾਂ ਨੇ ਵੀ ਨਾਲ ਜਾਣਾ ਸੀਗਾ। ਸੋ ਇੱਥੇ ਜਿਹੜਾ ਅੱਜ ਪਰੰਪਰਾ ਨੂੰ ਦੁਬਾਰਾ ਸੁਰਜੀਤ ਕੀਤਾ ਜਾ ਰਿਹਾ ਹੈ ਕਿ ਜਦੋਂ 6 ਪੋਹ ਨੂੰ ਇੱਥੋਂ ਕਿਲਾ ਸਾਹਿਬ ਛੱਡਣ ਦਾ ਇਤਿਹਾਸਕ ਵਾਕਿਆ ਦੁਹਰਾਇਆ ਜਾਂਦਾ, ਨਗਰ ਕੀਰਤਨ ਜਾਂਦਾ ਇੱਥੋਂ, ਤਾਂ ਇੱਥੋਂ ਵੀ ਸੰਗਤਾਂ ਜਿਹੜੀਆਂ ਨੇ ਹੁਮਾ ਕੇ ਚਾਰੇ ਕਿਲਿਆਂ ਤੋਂ ਅਨੰਦਪੁਰ ਸਾਹਿਬ ਦੀ ਸੰਗਤਾਂ ਨਗਰ ਕੀਰਤਨ ਕਰਦੀਆਂ ਆਨੰਦਗੜ੍ਹ ਸਾਹਿਬ ਪਹੁੰਚਦੀਆਂ ਨੇ। ਉੱਥੋਂ ਫਿਰ ਸਾਰੇ ਕਿਲੇ ਦੀ ਜਿਹੜੀ ਵਾਪਸੀ ਜਿਹੜੀ ਹੈ ਗੁਰੂ ਸਾਹਿਬ ਛੱਡਣ ਜਾਂਦੇ ਸੀ। ਸੋ ਮੈਂ ਸਮਝਦਾ ਕਿ ਇਹ ਜਿਹੜਾ ਕਿਲਾ ਹੈ ਨਾ ਜੀ, ਇਸ ਪੱਖੋਂ ਦੇਖੋ ਫਤਿਹਗੜ੍ਹ ਸਾਹਿਬ ਕਿਲਾ ਕਿਵੇਂ ਨਿਗਰਾਨ ਚੌਕੀ ਹੈ। ਲੋਹਗੜ੍ਹ ਕਿਲਾ ਜਿਹੜਾ ਹੈ ਨਾ ਜੀ, ਉਹ ਜਿਹੜਾ ਨੂਰਪੁਰ ਦਾ ਏਰੀਆ ਹੈਗਾ, ਸਤਲੁਜ ਦੇ ਕੰਢੇ ਬੈਠਾ ਬਣਿਆ ਹੋਇਆ ਹੈ, ਔਰ ਉੱਥੇ ਹਥਿਆਰਾਂ ਦੀ ਸਾਰੀ ਬਣਤਰ ਹੁੰਦੀ ਸੀ। ਹੋਲਗੜ੍ਹ ਕਿਲਾ ਜਿਹੜਾ ਹੈਗਾ, ਹੋਲਗੜ੍ਹ ਕਿਲਾ ਉਹ ਗੜ੍ਹ ਸ਼ੰਕਰ ਰਸਤੇ ਤੇ ਹੈ ਜੀ, ਔਰ ਆਨੰਦਗੜ੍ਹ ਸਾਹਿਬ ਰੋਪੜ ਦੇ ਰਸਤੇ ਤੇ ਹੈ। ਇਹ ਜਿਹੜਾ ਕਿਲਾ ਨਾ ਜੀ, ਇਹ ਡਾਇਰੈਕਟ ਜਿਹੜੀ ਫਰੰਟਲ ਅਟੈਕ ਸੀ ਨਾ ਜੀ ਹਿੰਦੂ ਰਾਜਿਆਂ ਦਾ, ਪਹਾੜੀ ਰਾਜਿਆਂ ਦਾ, ਉਹਨੂੰ ਬਰਦਾਸ਼ਤ ਕਰਦਾ ਸੀਗਾ। ਇਹ ਜਿਹੜਾ ਫਰੰਟਲ ਅਟੈਕ ਪਹਿਲਾ ਅਟੈਕ ਇੰਨੀ ਉਚਾਈ ਹੈ, ਬਿਲਕੁਲ ਉਚਾਈ ਵੀ ਆਪਾਂ ਬਿਲਕੁਲ ਬਖੂਬੀ ਤਰੀਕੇ ਦੇ ਨਾਲ ਦੇਖ ਸਕਦੇ ਹਾਂ, ਕਿਉਂਕਿ ਕਾਫੀ ਉਚਾਈ ਤੇ ਇਹ ਜਿਹੜਾ ਕਿਲਾ ਉਹ ਸਥਾਪਿਤ ਕੀਤਾ ਗਿਆ। ਤਾਂ ਇਹ ਮੇਨ ਇਹਨੂੰ ਧੁਰਾ ਵੀ ਕਹਿ ਲਈਏ ਆਪਾਂ ਕਿ ਮੇਨ ਇਹ ਧੁਰਾ ਸੀ, ਜਾਂ ਫਿਰ ਇਹ ਕਹਿ ਸਕਦੇ ਜਿਹੜੀ ਵੱਡੀ ਜੰਗ ਆਨੰਦਗੜ੍ਹ ਸਾਹਿਬ ਹੈ, ਛੋਟੀ ਜੰਗ ਦਾ ਏਰੀਆ ਇਹ ਸੀ ਜੀ। ਮਤਲਬ ਕਿ ਸਭ ਤੋਂ ਮੇਨ ਧੁਰਾ ਤਾਂ ਆਨੰਦਗੜ੍ਹ ਕਿਲਾ ਹੀ ਹੈ। ਉਸ ਤੋਂ ਪਹਿਲਾਂ ਦੀ ਜੇਕਰ ਗੱਲ ਕੀਤੀ ਜਾਏ ਤਾਂ ਫਿਰ ਉਸ ਤੋਂ ਪਹਿਲਾਂ ਜਿਹੜੀ ਜੰਗ ਹੋਈ, ਇਹ ਨਹੀਂ ਪਹਿਲਾਂ ਇਹ ਨਹੀਂ ਜਿਹੜਾ 1704 ਵਾਲੀ ਜੰਗ ਹੀ, ਉਸ ਤੋਂ ਪਹਿਲਾਂ ਵੀ ਜਿਹੜੀਆਂ ਭਾਈ ਧਾਰ ਦੇ ਰਾਜੇ ਨਾਲ ਜੰਗਾਂ ਹੋਈਆਂ ਨੇ ਨਾ ਜੀ, ਉਹ ਇਹ ਸਥਾਨ ਹੈ ਜਿੱਥੇ ਕਿਹਾ ਜਾ ਸਕਦਾ ਵੀ ਬਾਬਾ ਕੋਈ ਭਾਈ ਕਨ੍ਹਈਆ ਜੀ ਜ਼ਖਮੀਆਂ ਨੂੰ ਵਿਦਆਊਟ ਐਨੀ ਡਿਸਕ੍ਰਿਮੀਨੇਸ਼ਨ ਉਹ ਸਿੱਖਾਂ ਨੂੰ, ਮੁਸਲਮਾਨਾਂ ਨੂੰ ਤੇ ਹਿੰਦੂਆਂ ਨੂੰ ਪ੍ਰਸ਼ਾਦ ਪਾਣੀ ਛਕਾਉਂਦੇ ਸੀਗੇ, ਪਾਣੀ ਪਿਲਾਉਂਦੇ ਸੀਗੇ। ਔਰ ਉਹ ਸ਼ਿਕਾਇਤ ਵੀ ਇੱਥੇ ਹੋਈ, ਘਟਨਾ ਇੱਥੇ ਵਾਪਰੀ। ਅੱਛਾ, ਉਹ ਇੱਥੇ ਅਨੰਦਪੁਰ ਸਾਹਿਬ, ਇਹ ਸਤਾਰਾਗੜ੍ਹ ਦੇ ਏਰੀਆ, ਜਿਹੜਾ ਏਰੀਆ ਦੇਖੋ ਨਾ, ਸਾਰਾ ਏਰੀਆ ਜਿਹੜਾ ਸਾਰਾ ਪਲੇਨ ਹੈ। ਅਸੀਂ ਉਸ ਮੰਜ਼ਰ ਨੂੰ ਅਗਰ ਲੈ ਕੇ ਆਈਏ ਤਾਂ ਵੇਖੀਏ ਕਿ ਆ ਪਹਾੜ ਇਸ ਪਾਸੇ ਜੰਗੀ ਮੈਦਾਨ ਨੇ, ਬਿਲਕੁਲ ਸਾਰੇ ਪਾਸੇ ਬਿਲਕੁਲ ਪਹਾੜ ਹੀ ਪਹਾੜ, ਕਿਉਂਕਿ ਇੱਥੇ ਮੇਨ ਇੱਥੇ ਦੁਸ਼ਮਣ ਤੇ ਨਜ਼ਰ ਵੀ ਰੱਖਣੀ, ਉਹ ਪੈਣੀ ਨਜ਼ਰ ਵੀ ਇੱਥੋਂ ਸਹੀ ਤਰੀਕੇ ਦੇ ਨਾਲ ਰੱਖੀ ਜਾ ਸਕਦੀ। ਅੱਜ ਵੀ ਚਮਕੌਰ ਸਾਹਿਬ ਦਾ ਸੀਨ ਆਪਾਂ ਕ੍ਰੀਏਟ ਕਰ ਸਕਦੇ ਇੱਥੇ। ਚਮਕੌਰ ਸਾਹਿਬ ਹੀ ਜਿਹੜੀ ਉੱਪਰ ਹੈ ਨਾ ਜੀ, ਤੇ ਥੱਲੇ ਮੈਦਾਨ ਹੈ। ਸੋ ਤੇ ਇਹ ਪੈਰਲਲ ਹੈ ਤਕਰੀਬਨ। ਤਾਰਾਗੜ੍ਹ ਦਾ ਕਿਲਾ, ਚਮਕੌਰ ਸਾਹਿਬ ਦੀ ਕਿਲਾ ਜਿਹੜੀ ਯੁੱਧ ਨੀਤੀ ਜਾਰੀ ਰਣਨੀਤੀ ਦੇ ਮੁਤਾਬਕ ਜਿਹੜਾ ਬਣਿਆ ਨਾ ਜੀ, ਉਹ ਇਹ ਏਰੀਆ ਆਪਾਂ ਕਰ ਸਕਦਾ ਕਿ ਇਸ ਜਿਹੜੀ ਡਿਵੈਲਪਮੈਂਟ ਮਤਲਬ ਹੋਰ ਹੋਣੀ ਚਾਹੀਦੀ ਹੈ। ਅੱਛਾ, ਡਿਵੈਲਪਮੈਂਟ ਦੀ ਗੱਲਬਾਤ ਬਈ ਬਿਲਕੁਲ ਪ੍ਰਸ਼ਾਸਨ ਦੀ ਉਹ ਜ਼ਿੰਮੇਵਾਰੀ ਹੈ, ਲੇਕਿਨ ਉਹ 3-4 ਦਿਨ ਪਹਿਲਾਂ ਜਦੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ, ਹੋਰ ਕੀ ਕੁਝ ਹਿਲਚੁਲ, ਕੀ ਕੁਝ ਗਤੀਵਿਧੀਆਂ, ਕੀ ਕੁਝ ਵਾਰਤਾਲਾਪ ਸਿੰਘ ਸਾਹਿਬਾਨਾਂ ਦੀਆਂ ਆਪਸ ਦੇ ਵਿੱਚ ਹੋਈਆਂ, ਕੀ ਕੁਝ ਗੁਰੂ ਪਾਤਸ਼ਾਹ ਨਾਲ ਸਿੰਘਾਂ ਦੀਆਂ ਗੱਲਾਂ ਬਾਤਾਂ ਹੋਈਆਂ ਇਸ ਬਾਬਤ? ਦੇਖੋ, ਇਸ ਵਾਸਤੇ ਤਾਂ ਜੀ ਮਹਿਸੂਸ ਕੀਤਾ ਜਾ ਸਕਦਾ ਹੈ ਕਿ ਜਿਹੜਾ ਨੈਗੋਸ਼ੀਏਸ਼ਨ ਚੱਲੀਆਂ ਉਹ ਬੜੀ ਇੰਪੋਰਟੈਂਟ ਨੇ, ਚਾਹੇ ਉਹ ਹਿੰਦੂ ਰਾਜੇ ਨਾਲ ਸੀਗੇ ਰਾਜੇ ਜਾਂ ਜਿਹੜੇ ਮੁਸਲਮਾਨ ਰਾਜੇ ਸੀਗੇ। ਔਰ ਉਹਦੇ 'ਚ ਜਿਹੜਾ ਨੈਗੋਸ਼ੀਏਸ਼ਨ ਵਾਲਾ ਪੱਖ ਹੈ ਨਾ ਜੀ, ਉਹਦੇ 'ਚ ਤਾਰਾਗੜ੍ਹ ਤੇ ਗੁਰੂ ਗੋਬਿੰਦ ਸਿੰਘ ਦਾ ਆਪਸ ਤਾਲਮੇਲ ਹੈ ਜੀ, ਵੀ ਉਹ ਜਿਹੜੀ ਜੋ ਨੈਗੋਸ਼ੀਏਸ਼ਨ ਜੋ ਉਹਨਾਂ ਦੇ ਵਾਅਦੇ ਕੀਤੇ ਜਾ ਰਹੇ ਸੀਗੇ, ਕਿਉਂਕਿ ਵਾਅਦਿਆਂ ਦੀ ਜਿਹੜੀ ਗੱਲ ਹੈ ਨਾ ਜੀ, ਉਹ ਨਾ 6 ਦਿਨਾਂ ਦੌਰਾਨ ਹੀ ਹੋਈ ਹੈ। ਜਦੋਂ ਗੁਰੂ ਸਾਹਿਬ ਛੱਡਦੇ ਨਹੀਂ ਸੀ ਕਿਲੇ ਨੂੰ ਔਰ ਪੂਰੀ ਤਰ੍ਹਾਂ ਇੱਥੇ ਉਹ ਬੈਠੇ ਸੀ ਮੋਰਚੇ ਲਾ ਕੇ, ਤਾਂ ਜੋ ਉਹ ਨੈਗੋਸ਼ੀਏਸ਼ਨ ਦਾ ਪ੍ਰੋਸੈਸ ਚੱਲਿਆ, ਉਹਦੇ ਜਿਹੜੇ ਤਾਰਾਗੜ੍ਹ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਆਪਸ ਤਾਲਮੇਲ ਹੈ ਜੀ। ਤੇ ਔਰ ਫਿਰ ਕਿਉਂਕਿ ਜਦੋਂ ਸੰਗਤਾਂ ਨੂੰ ਇੱਥੇ ਬੁਲਾਇਆ ਗਿਆ ਨਾ, ਜਦੋਂ ਜਾਣਾ ਸੀਗਾ, ਉਸ ਵਾਸਤੇ ਫਿਰ ਮੈਂ ਸਮਝਦਾ ਕਿ ਉਹ ਜਿਹੜੀ ਨੈਗੋਸ਼ੀਏਸ਼ਨ ਦਾ ਜਿਹੜਾ ਸੈਂਟਰ ਹੈ ਉਹ ਤਾਰਾਗੜ੍ਹ ਤੇ ਆਨੰਦਗੜ੍ਹ ਸਾਹਿਬ ਹੈ ਜੀ। ਅੱਛਾ, ਮਤਲਬ ਕਿ ਇਹ ਕਾਫੀ ਕੁਝ ਮੇਨ ਅਹਿਮ ਇਸ ਕਿਲੇ ਦੇ ਵਿੱਚ ਵੀ ਰਿਹਾ, ਕਿਉਂਕਿ ਜਿੱਥੇ ਇੱਥੇ ਜ਼ਖਮੀਆਂ ਨੂੰ ਮਲਮ ਪੱਟੀਆਂ ਫਿਰ ਉਹਨਾਂ ਦਾ ਇਲਾਜ ਕਰਵਾਇਆ ਜਾਂਦਾ ਸੀ, ਤਾਂ ਉੱਥੇ ਹੀ ਇੱਥੇ ਵੀ ਇੱਥੋਂ ਜਿਹੜੀ ਲੜਾਈ ਦਾ ਮੇਨ ਕਹਿ ਸਕਦੇ ਹਾਂ ਕਿ ਆਨੰਦਗੜ੍ਹ ਕਿਲੇ ਤੋਂ ਪਹਿਲਾਂ ਇੱਥੇ ਇਹ ਸਾਂਭ ਸੰਭਾਲ ਕੀਤੀ ਜਾਂਦੀ ਸੀ ਵੀ ਜੇਕਰ ਕੋਈ ਵੀ ਅਟੈਕ ਹੁੰਦਾ ਦੁਸ਼ਮਣ ਦਾ ਤਾਂ ਇੱਥੋਂ ਉਸ ਚੀਜ਼ ਨੂੰ ਕੰਟਰੋਲ ਕੀਤਾ ਜਾਂਦਾ ਸੀ। ਜੀ ਦੂਸਰੀ ਗੱਲ ਇਹ ਹੈ ਨਾ ਜੀ ਕਿ ਜਿਹੜਾ ਇੰਟੈਲੈਕਚੁਅਲਸ ਲਹਿਰ ਹੈ, ਇੰਟੈਲੈਕਚੁਅਲ ਐਕਟੀਵਿਟੀ ਜਿਹੜੀ ਗੁਰੂ ਸਾਹਿਬ ਦੇ ਵੇਲੇ ਦੇ ਜਾਂ ਕਵੀ ਨੇ ਜਾਂ ਜਿਹੜੇ ਹੋਰ ਗੁਰਸਿੱਖ ਵਗੈਰਾ ਜਿਹੜੇ ਗੁਰਬਾਣੀ ਦੀ ਸੰਥਿਆ ਕਰਦੇ ਨੇ, ਜਾਂ ਉਹ ਸੈਂਟਰ ਵੀ ਇਹੀ ਹੈ। ਜਿਵੇਂ ਦੇਖੋ, ਇੱਕੋ ਸਮੇਂ ਨੌਲੇਜ ਐਂਡ ਫਾਈਟਿੰਗ ਜਿਹੜੀ ਹੈ ਉਹ ਤਾਰਾਗੜ੍ਹ ਦੇ ਕਿਲੇ ਦੇ ਸੈਂਟਰ 'ਚ ਹੈ ਜੀ। ਨੌਲੇਜ ਵੀ ਦਿੱਤਾ ਜਾ ਰਿਹਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਜਿਹੜੇ ਉੱਥੇ ਵਿਦਵਾਨ ਰੱਖੇ ਨੇ ਜਾਂ ਕਵੀ ਨੇ, ਉਹ ਵੀ ਉਹਦੇ 'ਚ ਇੱਥੇ ਦਾ ਹਿੱਸਾ ਹੈਗਾ ਜੀ। ਠੀਕ ਹੈ। ਤੇ ਜਿਹੜਾ ਭਾਈ ਕਨ੍ਹਈਆ ਜੀ ਦੇ ਬੋਲੀਆਂ ਨੇ ਉੱਤਰ ਕੇ ਜਿਹੜੇ ਦੇਖੋ ਜਿਹੜੀ ਜ਼ਰੂਰੀ ਹੈ ਕਿ ਜਿਹੜੇ ਥੋੜਾ ਨਵੇਕਲਾ ਜਿਹਾ ਅਲੱਗ ਜਿਹਾ ਸਥਾਨ ਚਾਹੀਦਾ ਵਿਦਵਾਨਾਂ ਨੂੰ,
ਉਹ ਜਿਹੜਾ ਵੱਖਰਾ ਜਿਹਾ ਏਰੀਆ ਹੈ ਉਹ ਇਹ ਤਾਰਾਗੜ੍ਹ ਏਰੀਆ ਜੀ, ਕਿਉਂਕਿ ਉਹਨੇ ਰੱਖਿਆ ਵੀ ਬੜਾ ਜ਼ਰੂਰੀ ਸੀ, ਉਹਨੇ ਰੱਖਿਆ ਬੜੀ ਜ਼ਰੂਰੀ ਸੀ ਵਿਦਵਾਨਾਂ ਦੀ। ਸੋ ਫਰੰਟਲ ਅਟੈਕ ਦੇ ਜਿਹੜਾ ਸੈਂਟਰ, ਇੰਟੈਲੈਕਚੁਅਲ ਸੈਂਟਰ ਐਂਡ ਜੋ ਕਹਿੰਦੇ ਰੈੱਡ ਕਰਾਸ ਦਾ ਸੈਂਟਰ, ਇਹ ਤਿੰਨੋਂ ਇੱਥੇ ਮਿਲੇ। ਉਹ ਤਾਰਾਗੜ੍ਹ ਸੀ। ਤਾਰਾਗੜ੍ਹ ਸੀ। ਸੁਮਾਣ ਮੱਤਾ ਤੇ ਬਹੁਤ ਹੀ ਅਨਮੋਲ ਇਤਿਹਾਸ ਸਿੱਖ ਕੌਮ ਦਾ, ਉਹਨਾਂ ਸਾਰੀਆਂ ਚੀਜ਼ਾਂ ਬਾਰੇ ਤੁਹਾਨੂੰ ਜਾਣੂ ਕਰਵਾ ਰਹੇ ਹਾਂ ਤੇ ਸਮਝਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਹਾਲਾਂਕਿ ਇਤਿਹਾਸਕਾਰ ਬਹੁਤ ਕੁਝ ਲਿਖਦੇ ਨੇ, ਸਾਹਿਤਕਾਰ ਨੇ ਆਪਣੇ ਤਰੀਕੇ ਦੇ ਨਾਲ ਉਸ ਨੂੰ ਲਿਖਿਆ ਤੇ SGPC ਨੇ ਉਸ ਹਿਸਾਬ ਦੇ ਨਾਲ ਸਾਰਾ ਕੁਝ ਇੱਥੇ ਬੋਰਡਾਂ ਦੇ ਉੱਪਰ ਜਿਹੜਾ ਹੈ ਉਹ ਲਿਖਵਾਇਆ। ਲੇਕਿਨ ਅਸਲੀਅਤ ਦੇ ਵਿੱਚ ਉਸ ਵਾਕਿਆ ਦੇ ਦੌਰਾਨ ਕੀ ਕੁਝ ਹੋਇਆ, ਉਹ ਸਾਰੀ ਚੀਜ਼ ਤੁਹਾਨੂੰ ਜਿਹੜੀ ਹੈ ਸਮਝਾਉਣ ਦੀ ਜਾਂ ਫਿਰ ਕਹਿ ਸਕਦੇ ਕਿ ਉਸ ਵਕਤ ਮਹਿਸੂਸ ਕਰਵਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਜੋ ਵੀ ਉਸ ਵਕਤ ਤਮਾਮ ਜਿਹੜੇ ਸਾਰੇ ਸਿੰਘ ਸੀ ਉਹਨਾਂ ਨੇ ਆਪਣੇ ਪਿੰਡੇ ਤੇ ਹੰਡਾਈਆਂ, ਜਾਂ ਫਿਰ ਕਹਿ ਲਈਏ ਕਿ ਗੁਰੂ ਪਾਤਸ਼ਾਹ ਜੀ ਦੇ ਪਰਿਵਾਰ ਤੇ ਤਮਾਮ ਉਹਨਾਂ ਦੇ ਨਾਲ ਹੋਰ ਵੀ ਜਿੰਨੇ ਵੀ ਪਹਾੜੀ ਜਿਹੜੇ ਰਾਜਿਆਂ ਦੇ ਨਾਲ ਲੜਾਈ ਦੇ ਵਿੱਚ ਗੁਰੂ ਪਾਤਸ਼ਾਹ ਦੇ ਨਾਲ ਸੀ, ਉਹ ਲਗਾਤਾਰ ਆਪਣਾ ਪੂਰਨ ਰੂਪ ਦੇ ਵਿੱਚ ਸਹਿਯੋਗ ਦਿੰਦੇ ਹੋਏ ਨਜ਼ਰ ਆਏ ਸਨ। ਸੋ ਅੱਗੇ ਹੁਣ ਇੱਕ ਹੋਰ ਕਿਲੇ ਵੱਲ ਜਾਵਾਂਗੇ, ਇੱਕ ਹੋਰ ਕਿਲੇ ਦੇ ਦਰਸ਼ਨ ਤੁਹਾਨੂੰ ਕਰਾਵਾਂਗੇ, ਕਿਉਂਕਿ ਇਹ 4 ਕਿਲੇ ਪੰਜਵਾਂ ਆਨੰਦਗੜ੍ਹ ਸਾਹਿਬ ਦਾ ਕਿਲਾ ਜਾਣਨਾ ਇਸ ਗੱਲ ਕਰਕੇ ਜ਼ਰੂਰੀ ਹੈ ਕਿਉਂਕਿ 6 ਪੋਹ ਤੋਂ ਜਦੋਂ ਪਾਤਸ਼ਾਹ ਨੇ ਕਿਲਾ ਛੱਡਿਆ ਉਸ ਤੋਂ ਪਹਿਲਾਂ ਦੀਆਂ ਗਤੀਵਿਧੀਆਂ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ ਕਿਹੋ ਜਿਹੀਆਂ ਸੀ, ਕਿਹੋ ਜਿਹੀਆਂ ਹਵਾਵਾਂ ਸੀ, ਇੱਥੋਂ ਦੀਆਂ ਕੀ ਕੁਝ ਹਿਲਚੁਲ ਹੋ ਰਹੀ ਸੀ। ਸੰਗਤਾਂ ਨੂੰ ਕਿਲਾ ਤਾਰਾਗੜ੍ਹ ਦੇ ਇਤਿਹਾਸ ਦੇ ਬਾਰੇ ਜਾਣੂ ਕਰਵਾ ਰਹੇ ਆ, ਜਿਸ ਕਿਲੇ ਨੂੰ ਗੁਰੂ ਸਾਹਿਬ ਵੱਲੋਂ ਬਣਵਾਇਆ ਗਿਆ ਸੀਗਾ ਕਿ ਪਹਾੜੀ ਰਾਜਿਆਂ ਵੱਲੋਂ ਜਿਸ ਸਮੇਂ ਹਮਲਾ ਕੀਤਾ ਜਾਂਦਾ ਸੀਗਾ। ਪਰ ਉਸ ਕਿਲਾ ਤਾਰਾਗੜ੍ਹ ਦੇ ਨਾਲ ਜੋ ਮੈਦਾਨੀ ਏਰੀਆ ਸੀਗਾ, ਜਿਸ ਥਾਂ ਤੇ ਇਹ ਜੰਗ ਹੁੰਦੀ ਸੀ ਪਹਾੜੀ ਰਾਜਿਆਂ ਦੇ ਨਾਲ, ਗੁਰੂ ਸਾਹਿਬ ਦੇ ਸਿੰਘਾਂ ਵੱਲੋਂ ਜੰਗ ਲੜੀ ਜਾਂਦੀ ਸੀਗੀ, ਤਾਂ ਉਸ ਮੈਦਾਨ ਦੇ ਵਿੱਚ ਭਾਈ ਕਨ੍ਹਈਆ ਜੀ ਵੱਲੋਂ ਜਲ ਦੀ ਸੇਵਾ ਕੀਤੀ ਜਾਂਦੀ ਸੀਗੀ। ਚਾਹੇ ਜੋ ਗੁਰੂ ਸਾਹਿਬ ਦੇ ਸਿੰਘ ਸਨ ਉਹਨਾਂ ਦੇ ਲਈ ਹੋਵੇ, ਚਾਹੇ ਜੋ ਪਹਾੜੀ ਰਾਜਿਆਂ ਦੇ ਜ਼ਖਮੀ ਫੌਜ ਹੁੰਦੀ ਸੀਗੀ ਉਹਨਾਂ ਨੂੰ ਜੋ ਜਲ ਛਕਾਇਆ ਜਾਂਦਾ ਸੀਗਾ। ਇਸ ਸਮੇਂ ਅਸੀਂ ਉਸ ਬੋਲੀ ਸਾਹਿਬ ਕੋਲ ਮੌਜੂਦ ਹਾਂ, ਜਿੱਥੋਂ ਮਸ਼ਕ ਦੇ ਵਿੱਚ ਭਾਈ ਕਨ੍ਹਈਆ ਜੀ ਜੋ ਜਲ ਲੈ ਕੇ ਜਾਂਦੇ ਸਨ ਅਤੇ ਫੌਜੀਆਂ ਨੂੰ ਜੋ ਸੈਨਾ ਦੇ ਵਿੱਚ ਜ਼ਖਮੀ ਹੋਏ ਹੁੰਦੇ ਸਨ ਉਹਨਾਂ ਨੂੰ ਛਕਾਉਂਦੇ ਸਨ, ਉਹ ਵੀ ਦਰਸ਼ਨ ਕਰਾ ਰਹੇ ਆ। ਪਰ ਨਾਲ ਸਾਡੇ ਨਾਲ ਸਿੱਖ ਚਿੰਤਕ ਅਤੇ ਇਤਿਹਾਸਕਾਰ ਹਰਸਿਮਰਨ ਜੀ ਮੌਜੂਦ ਨੇ, ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਰਸਿਮਰਨ ਜੀ, ਇਸ ਬੋਲੀ ਸਾਹਿਬ ਕੋਲ ਮੌਜੂਦ ਆਪਾਂ, ਇਸ ਬੋਲੀ ਸਾਹਿਬ ਦਾ ਖਾਸ ਤੌਰ ਤੇ ਇਤਿਹਾਸ ਤੇ ਜੇ ਚਾਨਣਾ ਪਾਇਆ ਜਾਵੇ ਤਾਂ ਇਤਿਹਾਸ ਕੀ ਰਿਹਾ ਉਸ ਸਮੇਂ ਦਾ? ਦੇਖੋ ਜੀ, ਬੌਲੀ ਸਾਹਿਬ ਹੈ ਨਾ ਜੀ, ਇੱਥੇ ਪਹਾੜੀ ਇਲਾਕਿਆਂ ਦੇ ਵਿੱਚ ਇੱਥੇ ਪਹਾੜੀ ਪਾਣੀ ਦੇ ਜਿਹੜੇ ਲੈਵਲਸ ਹੁੰਦੇ ਨੇ ਉਹ ਪਾਣੀ ਲੈਵਲ ਕਿਤੇ ਖੜ ਜਾਂਦਾ ਹੈ। ਇਹਦੇ ਨਾਲ ਇੱਕ ਖੱਡਾਂ ਵਗਦੀਆਂ ਨੇ, ਇਹ ਬੌਲੀ 'ਚ ਪਾਣੀ ਇਕੱਠਾ ਰਹਿੰਦਾ ਸੀਗਾ। ਔਰ ਜਿਹੜਾ ਸਾਡਾ ਦੇਖ ਰਹੇ ਤੁਸੀਂ ਤਾਰਾਗੜ੍ਹ ਦਰਸ਼ਨ ਕੀਤੇ ਨੇ, ਇਹ ਸਾਰਾ ਮੈਦਾਨੀ ਇਲਾਕਾ ਹੈ। ਇੱਥੇ ਖਾਸ ਤੌਰ ਤੇ ਜਿਹੜੇ 500 ਬ੍ਰਹਮ ਗਿਆਨੀ ਸਿੰਘ ਚੱਲ ਰਹਿੰਦੇ ਸੀਗੇ, ਵਿਦਵਾਨ ਵਗੈਰਾ ਇੱਥੇ ਸੇਵਾ ਕਰਦੇ ਸੀ, ਜਿਹਨਾਂ ਨੂੰ ਸੇਵਾ ਗੁਰੂ ਸਾਹਿਬ ਇੱਥੇ ਲੈ ਕੇ ਆਉਂਦੇ ਸੀ ਪ੍ਰਸ਼ਾਦੀ ਹਾਥੀ ਰਾਹੀਂ। ਇੱਕ ਤਾਂ ਉਹ ਏਰੀਆ ਹੈ। ਦੂਸਰਾ ਇਹ ਕਿ ਕਿਉਂਕਿ ਇਹ ਇੰਟੈਲੈਕਚੁਅਲ ਤੇ ਜੰਗੀ ਮੈਦਾਨ ਦਾ ਏਰੀਆ ਸੀ, ਇਸ ਕਰਕੇ ਭਾਈ ਕਨ੍ਹਈਆ ਜੀ ਨਾਲ ਇਹ ਜਿਹੜਾ ਇਤਿਹਾਸਕ ਸਥਾਨ ਜੁੜਿਆ ਹੋਇਆ, ਖਾਸ ਕਰਕੇ ਬੌਲੀਆ। ਦੇਖੋ, ਆਮ ਤੌਰ ਤੇ ਸੰਗਤਾਂ ਨੇ ਉਹਨਾਂ ਦੇ ਭਾਈ ਕਨ੍ਹਈਆ ਜੀ ਨੂੰ ਮਸ਼ਕ ਦੇ ਨਾਲ ਪਾਣੀ ਪਿਲਾਉਂਦੇ ਵੇਖਿਆ ਹੋਏਗਾ ਨਾ, ਪਾਣੀ ਪਿਲਾਉਂਦਾ ਹੋਏਗਾ। ਉਹ ਜਿਹੜਾ ਬਿਰਤਾਂਤ ਹੈ ਨਾ ਜੀ, ਉਹ ਇਹ ਹੈ ਕਿਉਂਕਿ ਬੌਲੀ 'ਚ ਪਾਣੀ 'ਚ ਖੜਾ ਰਹਿੰਦਾ ਸੀ ਔਰ ਸਦਾ ਇਸ ਲਈ ਖੜਾ ਰਹਿੰਦਾ ਸੀ। ਤੁਸੀਂ ਦੇਖੋ, ਇਹਦੇ ਸਾਰੇ ਪੱਥਰ ਨੇ। ਉਸ ਤੋਂ ਬਾਅਦ ਜਿਹੜੀ ਸੇਵਾ ਹੋਈ ਇਸ ਦੀ, ਇਹ ਪੱਥਰਾਂ ਦੇ ਉੱਤੇ, ਕਿਉਂਕਿ ਪਹਿਲਾਂ ਇਲਾਕੇ ਦੇ ਲੋਕ ਇੱਥੋਂ ਪਾਣੀ ਲੈ ਕੇ ਜਾਂਦੇ ਸੀ, ਹੁਣ ਤਾਂ ਚਲੋ ਪਾਣੀ ਸਾਰੀ ਸਹੂਲਤ ਹੋ ਗਈ, ਪਾਣੀ ਦੀ ਸੇਵਾ ਇੱਥੋਂ ਹੁੰਦੀ ਸੀ, ਲੋਕ ਲੈ ਕੇ ਜਾਂਦੇ ਸੀ ਔਰ ਸਾਰੀ ਬਾਲਟੀਆਂ ਨਾਲ ਡੋਲੂਆਂ ਨਾਲ ਕੱਢਦੇ ਸੀਗੇ। ਪੱਥਰ ਹੀ ਦੇਖੋ, ਇਸ ਦੇ ਸਾਰੇ ਛੋਟੇ ਘਰ ਕੱਸ ਕੇ ਗੋਲ ਹੋ ਗਏ ਨੇ, ਕਿਉਂਕਿ ਇਹ ਪੁਰਾਣੇ ਪੱਥਰ ਜਾਪ ਰਹੇ ਆ ਜਿਹੜੇ ਇਹ ਪੱਥਰ ਲੱਗੇ ਹੋਏ ਆ ਬੌਲੀ ਸਾਹਿਬ ਦੇ ਵਿੱਚ। ਪੁਰਾਣੇ ਘੱਟੋ ਘੱਟ 200-300 ਸਾਲ ਪੁਰਾਣੇ ਨੇ ਜੀ। ਦੂਸਰਾ ਤੁਸੀਂ ਦੇਖੋਗੇ ਤਾਂ ਪਾਣੀ ਦਾ ਲੈਵਲ ਇੱਕਸਾਰ ਹੈ ਔਰ ਕਿੰਨਾ ਸ਼ੁੱਧ ਪਾਣੀ ਹੈ। ਇਹ ਬੜੀ ਕੁਦਰਤੀ ਇੱਕ ਖੇਡ ਹੈ ਇੱਥੇ ਕਿ ਪਾਣੀ ਸ਼ੁੱਧ ਹੈ ਔਰ ਲੋਕਾਂ ਦੀ ਬੜੀ ਅੱਛੀ ਬਿਮਾਰੀਆਂ ਦਾ ਵੀ ਇਹ ਨਾਸ਼ ਕਰਦਾ ਹੈ। ਸੋ ਇਹ ਜਿਹੜਾ ਇਤਿਹਾਸ ਹੈ, ਇਹ ਬਾਬਾ ਕਨ੍ਹਈਆ ਜੀ ਨਾਲ ਜੁੜਿਆ ਹੋਇਆ ਹੈ ਔਰ 500 ਜਿਹੜੇ ਬ੍ਰਹਮ ਗਿਆਨੀ ਜਪ ਤਪ ਕਰਦੇ ਸੀ ਤੇ ਉਹਨਾਂ ਨਾਲ ਜੁੜਿਆ ਹੋਇਆ ਹੈ। ਜੇਕਰ ਜੰਗ ਦੀ ਗੱਲ ਕੀਤੀ ਜਾਵੇ, ਜੋ ਜੰਗ ਹੁੰਦੀ ਸੀ ਮੈਦਾਨੀ ਇਲਾਕੇ ਦੇ ਵਿੱਚ, ਉਹ ਇੱਥੋਂ ਕਿੰਨੀ ਕੁ ਦੂਰ ਤੇ ਹੁੰਦੀ ਸੀਗੀ? ਕਿਉਂਕਿ ਤਾਰਾਗੜ੍ਹ ਕਿਲਾ ਪੈ ਜਾਂਦਾ ਇੱਥੋਂ ਕੁਝ ਕੁ ਦੂਰੀ ਤੇ, ਅਤੇ ਇੱਥੋਂ ਜਿਹੜਾ ਕਿ ਜਲ ਲੈ ਕੇ ਜਾਂਦੇ ਸਨ, ਪਰ ਮੈਦਾਨੀ ਇਲਾਕਾ ਕਿਹੜਾ ਰਹਿ ਜਾਂਦਾ ਸੀ? ਦੇਖੋ, ਗੱਲ ਸਰ ਹੈ ਨਾ ਜੀ, ਜਦੋਂ ਜੰਗ ਹੁੰਦੀ ਹੈ ਆਪਾਂ ਹੁਣ ਸੋਚਦੇ ਹਾਂ ਕਿ ਹਜ਼ਾਰਾਂ ਬੰਦੇ ਹੁੰਦੇ ਹੋਣਗੇ ਜੀ, ਹਜ਼ਾਰਾਂ ਜ਼ਖਮੀ ਹੋਣਗੇ, ਸੈਂਕੜੇ ਜ਼ਖਮੀ ਹੁੰਦੇ ਹੋਣਗੇ ਜੀ। ਗੁਰੂ ਭਾਈ ਕਨ੍ਹਈਆ ਜੀ ਨੇ ਸੇਵਾ ਆਪਣੀ ਤੇ ਲੈ ਲਈ ਹੋਈ ਸੀ ਵੀ ਮੈਂ ਬਿਨਾਂ ਕਿਸੇ ਭੇਦਭਾਵ ਦੇ ਜ਼ਖਮੀਆਂ ਦੀ ਸੇਵਾ ਕਰਨੀ ਹੈ। ਸੋ ਜਦੋਂ ਉਹ ਮੈਦਾਨੀ
ਇਲਾਕੇ ਜਾਂਦੇ ਸੀਗੇ, ਕਿਵੇਂ ਜਦੋਂ ਜੰਗ ਖਤਮ ਵੀ ਹੋ ਜਾਂਦੀ ਸੀ, ਇਵਨ ਜਿਹੜੇ ਜ਼ਖਮੀ ਇੱਥੇ ਪਏ ਰਹਿੰਦੇ ਸੀਗੇ ਉਹਨਾਂ ਦੀ ਸੇਵਾ ਵਾਸਤੇ ਜੁੜੇ ਸੀਗੇ, ਹੋ ਸਕਦਾ ਨਾਲ ਹੋਰ ਵੀ ਹੋਣਗੇ, ਲੇਕਿਨ ਇੱਥੋਂ ਜਿਹੜੀ ਇਹ ਸਾਰੀ ਜਿਹੜੀ ਪਾਣੀ ਦੀ ਸੇਵਾ ਉਹ ਇੱਥੋਂ ਹੀ ਹੁੰਦੀ ਸੀ। ਯਾਨੀ ਕਿ ਇੱਥੋਂ ਪਾਣੀ ਜੋ ਜਲ ਲੈ ਕੇ ਜਾਂਦੇ ਸਨ ਭਾਈ ਕਨਈਆ ਪਾਣੀ ਲੈ ਕੇ ਜਾਂਦੇ ਸੀ, ਜਾਂ ਜਿਹੜੇ ਇਲਾਕੇ ਦੇ ਵਿੱਚ ਜਾ ਕੇ ਜਿਹੜੇ ਜ਼ਖਮੀ ਹੁੰਦੇ ਸੀ ਜਾਂ ਜਿਹੜੇ ਹੋਰ ਇੱਥੇ ਪਾਣੀ ਦੀ ਜ਼ਰੂਰਤ ਸੀਗੀ। ਦੇਖੋ ਸਿਰਫ ਜੰਗ ਨਾਲ ਜੋੜੇ ਸੀ ਜਿਹੜੀ ਹੋਰ ਪਾਣੀ ਦੀ, ਕਿਉਂਕਿ ਸਾਰਾ ਕਹਿ ਸਕਦੇ ਹੁਣ ਤਾਂ ਪੁਰਾਣਾ ਹੋ ਗਿਆ ਨਾ ਜੀ, ਸਾਰਾ ਦੇਸ਼ ਹੋ ਗਿਆ ਨਹੀਂ ਏਰੀਆ ਜਿਹੜਾ ਸਾਡਾ ਦੁਖਾਂਤ ਇਹ ਹੈ ਵੀ ਅਸੀਂ ਉਹ ਜਿਹੜੇ ਉਸ ਸਮੇਂ ਦੇ ਸਾਰੇ ਕਿਲੇ ਨੇ ਜਾਂ ਉਹਨਾਂ ਜਿਹੜਾ ਸਾਰਾ ਵਿਕਾਸ ਹੈ ਜਾਂ ਜੋ ਕੁਝ ਆਪਾਂ ਦੇਖਦੇ ਹਾਂ ਕਿ ਉੱਥੇ ਕੋਈ ਨਾ ਕੋਈ ਪ੍ਰਾਚੀਨ ਜਿਹੜੀਆਂ ਚੀਜ਼ਾਂ ਰਹਿ ਗਈਆਂ ਅਸੀਂ ਖੋਜ ਨਹੀਂ ਕੀਤੀ ਉਹਨਾਂ ਦੀ। ਹਰਸਿਮਰਤ ਜੋ ਪੁਰਾਤਨ ਚੀਜ਼ਾਂ ਦਾ ਜ਼ਿਕਰ ਕਰ ਰਹੇ ਹੋ ਜੋ ਰਹਿ ਗਈਆਂ ਨੇ, ਇਸ ਜਦੋਂ ਜਲ ਲੈ ਕੇ ਜਾਂਦੇ ਸਨ ਭਾਈ ਕਨਈਆ ਜੀ ਇੱਥੋਂ, ਉਸ ਸਮੇਂ ਜਿਹੜੀ ਮਸ਼ਕ ਵਰਤੀ ਜਾਂਦੀ ਸੀ ਕਿ ਮਸ਼ਕ ਅੱਜ ਪਈ ਹੈ ਇੱਥੇ ਜੋ ਵਡਮੁੱਲਾ ਚੀਜ਼ ਇਹ ਵੀ ਬੜੀ ਵੱਡੀ ਮਤਲਬ ਪ੍ਰਾਪਤੀ ਹੈ ਸਾਡੀ, ਜਿਹੜੀ ਸਾਡੇ ਇਲਾਕੇ 'ਚ ਗੁਰੂ ਸਾਹਿਬ ਨੇ ਜਾਂ ਜੋ ਵੀ ਸਿੰਘਾਂ ਨੇ ਪ੍ਰਾਪਤ ਕੀਤੀ ਹੈ ਕਿ ਇੱਥੇ ਗੁਰਦੁਆਰੇ ਸਾਂਭੇ ਨੇ, ਉੱਥੇ ਪ੍ਰਾਚੀਨ ਮਸ਼ਕ ਹੈ ਉਹ ਵੀ ਸਾਂਭੀ ਹੋਈ ਹੈ ਔਰ ਉੱਪਰ ਜਾ ਕੇ ਦੇਖਾਂਗੇ ਅਸੀਂ ਗੁਰਦੁਆਰੇ ਦੇ ਵਿੱਚ ਪਈ ਹੈ ਔਰ ਬੱਕਰੇ ਦੀ ਖਲ ਦੀ ਉਹ ਮਸ਼ਕ ਹੈ, ਬਕਾਇਦਾ ਬੱਕਰੇ ਜਿੱਥੇ ਸਿਰ ਹੁੰਦਾ ਹੈ ਉਹ ਲੱਤਾਂ ਹੁੰਦੀਆਂ ਉਹਨੂੰ ਬੰਨਿਆ ਹੋਇਆ ਇਸ ਨੂੰ, ਉਹ ਮਸ਼ਕ ਜਿਹੜੀ ਗੁਰੂ ਸਾਹਿਬ ਦੇ ਭਾਈ ਕਨਈਆ ਜੀ ਦੀ ਪ੍ਰਾਪਰਟੀ ਹੈ ਜਿਹੜੀ ਕਿ ਪੰਥ ਕੋਲ ਹੈ। ਸੋ ਇਹ ਹੈ ਕਿ ਨੇਚਰਲੀ ਹੈ ਕਿ ਜਿਹੜਾ ਉਸ ਸਮੇਂ ਜੋ ਸਾਧਨ ਸੀਗੇ ਪਾਣੀ ਪਿਲਾਉਣ ਦੇ, ਪਾਣੀ ਲਿਜਾਣ ਦੇ, ਟਰਾਂਸਪੋਰਟੇਸ਼ਨ ਉਹਨਾਂ ਦੇ ਤਰ੍ਹਾਂ ਜਿਹੜਾ ਵਰਤਿਆ ਉਹਨਾਂ ਤਰ੍ਹਾਂ ਜੋ ਵਰਤਿਆ ਜਾਂਦਾ ਸੀ, ਇਹ ਬੋਲੀ ਸਪੋਕਨ ਇੰਪੋਰਟੈਂਟ ਹੈ ਜਿੱਥੇ ਕਿ ਸੰਗਤਾਂ ਨੂੰ ਬਹੁਤਾ ਪਤਾ ਵੀ ਨਹੀਂ। ਇਹ ਪੁਰਾਤਤਵ ਡਿਪਾਰਟਮੈਂਟ ਜਿਹੜਾ ਸੈਂਟਰ ਸਰਕਾਰ ਦਾ ਉਸ ਦੇ ਮਤਲਬ ਕੰਟਰੋਲ 'ਚ ਹੈਗੀ ਹੈ, ਪਰ ਇਹਦੀ ਕੋਈ ਸੰਭਾਲ ਨਹੀਂ ਹੈਗੀ ਜੀ, ਨਾ ਇੱਥੇ ਕੋਈ ਸ਼ੈੱਡ ਹੈ, ਨਾ ਇੱਥੇ ਕਿਸੇ ਤਰੀਕੇ ਨਾਲ ਲੋਕਾਂ ਨੂੰ ਪਤਾ ਹੈ। ਭਾਈ ਕਨਈਆ ਜੀ ਵੱਲੋਂ ਵਰਤੀ ਜਾਂਦੀ ਉਸ ਇਤਿਹਾਸਿਕ ਮਸ਼ਕ ਦੇ ਦਰਸ਼ਨ ਕਰਵਾਏ ਨੇ ਸੰਗਤਾਂ ਨੂੰ, ਅਤੇ ਜਿਸ ਦੇ ਰਾਹੀਂ ਭਾਈ ਕਨਈਆ ਜੀ ਜਲ ਲੈ ਕੇ ਜਾਂਦੇ ਸਨ ਅਤੇ ਜ਼ਖਮੀ ਸੈਨਿਕਾਂ ਨੂੰ ਉਹ ਜਲ ਛਕਾਉਂਦੇ ਸਨ। ਉਸ ਤੋਂ ਬਾਅਦ ਤਸਵੀਰਾਂ ਦਿਖਾਵਾਂਗੇ ਉਸ ਸਥਾਨ ਦੀਆਂ ਜਿਸ ਦੇ ਬਾਰੇ ਇਤਿਹਾਸਕਾਰ ਲਿਖਦੇ ਨੇ ਕਿ ਇਸ ਸਥਾਨ ਤੇ ਬੈਠ ਕੇ ਭਾਈ ਕਨਈਆ ਜੀ ਨੇ ਤਪ ਕੀਤਾ ਸੀਗਾ ਅਤੇ ਕਾਫੀ ਲੰਬਾ ਸਮਾਂ ਇਸ ਸਥਾਨ ਤੇ ਰਹੇ ਸਨ। ਇਹ ਉਹੀ ਤਸਵੀਰਾਂ ਨੇ ਜਿਸ ਸਥਾਨ ਤੇ ਇਤਿਹਾਸਕਾਰ ਲਿਖਦੇ ਨੇ ਅਤੇ ਬਿਲਕੁਲ ਨਾਲ ਇਸ ਦੇ ਬੋਲੀ ਸਾਹਿਬ ਮੌਜੂਦ ਹੈ ਜਿੱਥੋਂ ਭਾਈ ਕਨਈਆ ਜੀ ਜਲ ਲੈ ਕੇ ਜਾਂਦੇ ਹੁੰਦੇ ਸਨ, ਅਤੇ ਇਸ ਸਥਾਨ ਦੀਆਂ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਉਹ ਕਿ ਉਸ ਸਮੇਂ ਦਾ ਇਹ ਜੋ ਕਹਿ ਸਕਦੇ ਇੱਕ ਸਥਾਨ ਬਣਾਇਆ ਗਿਆ ਜਿਸ ਦਾ ਦੁਆਰ ਵੀ ਕਹਿ ਸਕਦੇ ਛੋਟਾ ਦੁਆਰ ਉਸ ਸਮੇਂ ਰੱਖਿਆ ਜਾਂਦਾ ਹੁੰਦਾ ਸੀਗਾ। ਹਾਲਾਂਕਿ ਇਸ ਨੂੰ ਹੁਣ ਮੁਰੰਮਤ ਕੀਤਾ ਗਿਆ, ਥੋੜਾ ਬਹੁਤ ਮੁਰੰਮਤ ਇਸ ਦੀ ਹੋਈ ਹੈ, ਪਰ ਇਸ ਸਥਾਨ ਤੇ ਭਾਈ ਕਨਈਆ ਜੀ ਕਾਫੀ ਲੰਬਾ ਸਮਾਂ ਰਹੇ ਨੇ। ਇਸੇ ਸਥਾਨ ਤੋਂ ਜਿਹੜੇ ਕਿ ਭਾਈ ਕਨਈਆ ਜੀ ਜਲ ਲੈ ਕੇ ਜਾਂਦੇ ਹੁੰਦੇ ਸਨ ਅਤੇ ਜ਼ਖਮੀ ਸੈਨਿਕਾਂ ਨੂੰ ਛਕਾਉਂਦੇ ਹੁੰਦੇ ਸਨ।